ਦਰਅਸਲ ਜਦੋਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੱਚ ਦੇ ਮਹਾਨ ਬੋਲ ਪ੍ਰਗਟ ਕੀਤੇ ਹਨ। ਮਹਿਮਾ ਨਾ ਜਾਣੇ ਵੇਦ, ਬ੍ਰਹਮੈ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਅਤੇ ਸ਼ੰਕਰਾ ਨਹੀਂ ਜਾਣੇ ਭੇਵ, ਖੋਜਤ ਹਾਰੇ ਦੇਵ, ਦੇਵੀਆਂ ਨਹੀਂ ਜਾਣੇ ਮਰਮ, ਸਭ ਉਪਰ ਅਲਖ ਪਾਰ ਬ੍ਰਹਮ। ਤਾਂ ਉਸ ਸਮੇਂ ਤੋਂ ਹੀ ਪੁਜਾਰੀਵਾਦ ਨੇ ਇਹ ਯਤਨ ਆਰੰਭ ਕਰ ਦਿੱਤੇ ਕਿ ਕਿਸੇ ਨਾ ਕਿਸੇ ਹੀਲੇ ਵਸੀਲੇ ਇਸ ਸੱਚੀ ਅਤੇ ਨਿਆਰੀ ਵਿਚਾਰਧਾਰਾ ਨੂੰ ਅਗਿਆਨਤਾ ਦੀ ਸੰਘਣੀ ਧੁੰਦ ਵਿੱਚ ਪਟਕਾ ਕੇ ਇਸ ਹੋਂਦ ਨੂੰ ਹੀ ਮਿਟਾ ਦਿੱਤਾ ਜਾਵੇ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਬ੍ਰਾਹਮਣਵਾਦ ਨੇ ਆਪਣੇ ਮੰਤਵ ਨੂੰ ਪੂਰਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਕਈ ਵਾਰੀ ਸ਼ਬਦੀ ਹਮਲੇ ਕੀਤੇ ਹਨ, ਪਰ ਹਰ ਵਾਰੀ ਓੜਕ ਸੱਚ ਰਹੀ ਦਾ ਝੰਡਾ ਹੀ ਬੁਲੰਦ ਰਿਹਾ ਤੇ ਪੁਜਾਰੀਵਾਦ ਨੂੰ ਹਾਰ ਅਤੇ ਨਮੋਸ਼ੀ ਦਾ ਹੀ ਸਾਹਮਣਾ ਕਰਨਾ ਪਿਆ। ਪਰ ਦੂਜੇ ਬੰਨੇ 10 ਗੁਰੂ ਸਾਹਿਬਾਨ ਜੀ ਦੇ ਜੀਵਨ ਇਤਿਹਾਸ ਅਤੇ ਸਿੱਖ ਸਾਹਿਤ ਨੂੰ ਬ੍ਰਾਹਮਣਵਾਦ ਨੇ ਜਿਸ ਸ਼ਰਾਰਤਾਨਾ ਅੰਦਾਜ਼ ਦੇ ਨਾਲ ਇਸ ਨੂੰ ਮਿਥਿਹਾਸ ਰੂਪੀ ਬ੍ਰਾਹਮਣੀ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਹੈ, ਉਸ ਵਿੱਚ ਉਹ ਕਾਫੀ ਹੱਦ ਤੱਕ ਸਫਲ ਹੁੰਦਾ ਵਿਖਾਈ ਪੈਂਦਾ ਹੈ। ਬਾਲੇ ਵਾਲੀ ਜਨਮ ਸਾਖੀ ਤੋਂ ਲੈ ਕੇ ਬਚਿੱਤਰ ਨਾਟਕ ਤੱਕ ਜ਼ਰਾ ਗਹੁ ਨਾਲ ਤੱਕੋ, ਇੱਥੋਂ ਹੀ ਮਹਿਸੂਸ ਹੁੰਦਾ ਹੈ ਕਿ ਕਿੰਨੀ ਚਲਾਕੀ ਦੇ ਨਾਲ ਪੁਜਾਰੀਵਾਦ ਨੇ ਸਿੱਖ ਇਤਿਹਾਸ ਨੂੰ ਬ੍ਰਾਹਮਣੀ ਰੰਗ ਦੀ ਸੰਘਣੀ ਧੁੰਦ ਵਿੱਚ ਇਸ ਕਦਰ ਪਟਕਾ ਦਿੱਤਾ ਹੈ ਕਿ ਅੱਜ ਇਸੇ ਦਾ ਸਹਾਰਾ ਲੈ ਕੇ ਕਦੇ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਰਾਜਾ ਜਨਕ ਨੂੰ ਪ੍ਰਚਾਰਿਆ ਜਾਂਦਾ ਹੈ, ਕਦੇ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹੀ ਇੱਕ ਅੰਗ ਵਜੋਂ ਪ੍ਰਚਾਰਿਆ ਜਾਂਦਾ ਹੈ, ਜਾਂ ਫਿਰ ਖਾਲਸਾ ਪੰਥ ਅਤੇ ਗੁਰੂ ਸਾਹਿਬਾਨ ਜੀ ਨੂੰ ਲਵ ਕੁਸ਼ ਦੇ ਅੰਸ਼ ਵਜੋਂ ਪ੍ਰਚਾਰਨ ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸ ਦੀ ਪ੍ਰਤੱਖ ਮਿਸਾਲ ਹੁਣ ਪੰਜਾਬ ਕੇਸਰੀ ਨੇ ਆਪਣੇ ਡਿਜੀਟਲ ਈ ਪੇਪਰ ਤੇ ਮਿਤੀ 13 ਅਪ੍ਰੈਲ 2020 ਨੂੰ ਵਿਸਾਖੀ ਵਾਲੇ ਦਿਨ ਪ੍ਰਕਾਸ਼ਿਤ ਕੀਤਾ ਹੈ, ਜਿਸ ਦਾ ਸਿਰਲੇਖ ਹੈ ਲਵ ਕੁਸ਼ ਦੀ ਸੰਤਾਨ आगे चल के बेदी और सोडी कहलाई। पंजाब केसरी ਦਾ ਇਹ ਆਰਟੀਕਲ ਵੀ ਬਚਿੱਤਰ ਨਾਟਕ ਤੋਂ ਹੀ ਬ੍ਰਾਹਮਣੀ ਮਸਾਲਾ ਲੈ ਕੇ ਤਿਆਰ ਕੀਤਾ ਗਿਆ, ਜਿਹੜਾ ਬਚਿੱਤਰ ਨਾਟਕ ਆਪਣੇ ਪਹਿਲੇ ਦਿਨ ਤੋਂ ਹੀ ਵਿਵਾਦਾਂ ਦੇ ਘੇਰੇ ਵਿੱਚ ਚੱਲਦਾ ਆ ਰਿਹਾ ਹੈ। ਜਿਹੜੀਆਂ ਰਚਨਾਵਾਂ ਅਤੇ ਸਾਹਿਤਕ ਗ੍ਰੰਥਾਂ ਨੇ ਸਿੱਖ ਕੌਮ ਦੇ ਵਿੱਚ ਵਾਦ ਵਿਵਾਦ ਅਤੇ ਭਰਾਮਾਰੂ ਜੰਗ ਦਾ ਮਾਹੌਲ ਆਪਣੇ ਪਹਿਲੇ ਦਿਨ ਤੋਂ ਹੀ ਪੈਦਾ ਕਰ ਦਿੱਤਾ, ਉਹਨਾਂ ਹੀ ਰਚਨਾਵਾਂ ਨੂੰ ਪ੍ਰਮੋਟ ਕਰਕੇ ਆਰਟੀਕਲ ਪ੍ਰਕਾਸ਼ਿਤ ਕਰਨੇ ਇੱਕ ਸਾਜ਼ਿਸ਼ ਦਾ ਹੀ ਹਿੱਸਾ ਨਜ਼ਰ ਆਉਂਦਾ ਹੈ। ਭਾਵੇਂ ਕਿ ਕੁਝ ਜਾਗਰੂਕ ਗੁਰਮੁਖ ਪਿਆਰਿਆਂ ਨੇ ਸਖਤ ਇਤਰਾਜ਼ ਸਦਕਾ ਪੰਜਾਬ ਕੇਸਰੀ ਨੇ ਅਗਲੇ ਹੀ ਦਿਨ ਇਸ ਆਰਟੀਕਲ ਲਈ ਮਾਫੀ ਮੰਗ ਕੇ ਪੈਦਾ ਹੋਏ ਵਿਵਾਦ ਤੋਂ ਖਹਿੜਾ ਛੁਡਵਾ ਲਿਆ, ਪਰ ਜਿਹੜੇ ਭਰਮ ਭੁਲੇਖੇ ਪੈਦਾ ਕਰਕੇ ਗੁਰਮਤ ਸਿਧਾਂਤ ਦਾ ਘਾਣ ਕੀਤਾ ਗਿਆ ਉਸ ਨੂੰ ਵੀ ਦੂਰ ਕਰਨਾ ਬਹੁਤ ਲਾਜ਼ਮੀ ਬਣ ਜਾਂਦਾ ਹੈ। ਸੋ ਆਓ ਹੁਣ ਕੁਝ ਸਮਝਣ ਦਾ ਯਤਨ ਕਰੀਏ। ਦਰਅਸਲ ਬਚਿੱਤਰ ਨਾਟਕ ਦੀ ਇਸ ਰਚਨਾ ਤੇ ਆਧਾਰਿਤ ਆਰਟੀਕਲ ਲਿਖਿਆ ਗਿਆ ਹੈ। ਉਹ ਰਚਨਾ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਾਰ ਵਿੱਚ ਜਨਮ ਲੈਣ ਤੋਂ ਪਹਿਲਾਂ ਪਿਛਲੇ ਜਨਮ ਵਿੱਚ ਹੇਮਕੁੰਟ ਪਰਬਤ ਤੇ ਕਈ ਵਰੇ ਤਪੱਸਿਆ ਕਰਦੇ ਵਿਖਾਇਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁਜਰੀ ਜੀ ਨੂੰ ਪੁੱਤਰ ਪ੍ਰਾਪਤੀ ਲਈ ਭਾਂਤ-ਭਾਂਤ ਦੇ ਤੀਰਥ ਇਸ਼ਨਾਨ ਅਤੇ ਦਾਨ ਪੁੰਨ ਕਰਦੇ ਪ੍ਰਚਾਰਿਆ ਗਿਆ। ਆਓ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਤੋਂ ਕੁਝ ਸਮਝਣ ਦਾ ਯਤਨ ਕਰੀਏ। ਗੁਰਬਾਣੀ ਦਾ ਤਾਂ ਸਪਸ਼ਟ ਇਹ ਫਰਮਾਨ ਹੈ ਕਿ ਭਾਵੇਂ ਮਨੁੱਖ ਵੱਡੇ-ਵੱਡੇ ਹਿਮਾਲਿਆ ਵਰਗੇ ਬਰਫੀਲੇ ਪਹਾੜਾਂ ਤੇ ਕਈ ਵਰੇ ਸਮਾਧੀ ਲਾ ਕੇ ਬੈਠਾ ਰਹੇ, ਪਰ ਇਸ ਤਰ੍ਹਾਂ ਸਮਾਧੀਆਂ ਲਾ ਕੇ ਵੀ ਮਨ ਦੇ ਰੋਗ ਦੂਰ ਨਹੀਂ ਹੁੰਦੇ। ਰੱਬੀ ਬਾਣੀ ਦਾ ਫੈਸਲਾ ਹੈ, ਤਨ ਹੇਮ ਚਲ ਗਾਲੀਐ, ਭੀ ਮਨ ਤੇ ਰੋਗ ਨਾ ਜਾਏ, ਹਰ ਨਾਮੈ ਤੁਲ ਨਾ ਪੁਜਾਈ, ਸਭ ਡਿੱਠੀ ਠੋਕ ਵਜਾਏ। ਇਸੇ ਪ੍ਰਕਾਰ ਭਾਂਤ-ਭਾਂਤ ਦੇ ਤੀਰਥ ਇਸ਼ਨਾਨਾਂ ਨੂੰ ਵੀ 10 ਗੁਰੂ ਸਾਹਿਬਾਨ ਜੀ ਨੇ ਕੋਈ ਮਹਾਨਤਾ ਨਹੀਂ ਦਿੱਤੀ, ਬਲਕਿ ਜਪਜੀ ਸਾਹਿਬ ਵਿੱਚ ਤਾਂ ਸਮਝਾਉਂਦੇ ਹੋਏ ਫਰਮਾਇਆ ਹੈ ਕਿ ਤੀਰਥਾਂ ਉੱਪਰ ਤਾਂ ਜਾ ਕੇ ਨਹਾਵਾਂ ਜੇ ਤੀਰਥਾਂ ਤੇ ਨਹਾਉਣ ਨਾਲ ਰੱਬ ਜੀ ਨੂੰ ਚੰਗਾ ਲੱਗਦਾ ਹੋਵੇ, ਪਰ ਜੇ ਰੱਬ ਜੀ ਨੂੰ ਮੇਰੇ ਤੀਰਥਾਂ ਤੇ ਨਹਾਉਣਾ ਚੰਗਾ ਹੀ ਨਹੀਂ ਲੱਗਦਾ ਤਾਂ ਮੈਂ ਇਹ ਕਰਮ ਕਾਂਡ ਕਿਉਂ ਕਰਾਂ। ਗੁਰਬਾਣੀ ਦੇ ਬਚਨ ਹਨ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਨ ਭਾਣੇ ਕੀ ਨਹਾਈ ਕਰੀ। ਇਸੇ ਪ੍ਰਕਾਰ ਜਾਤ-ਪਾਤ ਅਤੇ ਕੁਲ ਅੰਸ਼ ਵੰਸ਼ ਦੇ ਭਰਮਜਾਲ ਵਿੱਚੋਂ ਮਨੁੱਖ ਤਦ ਨਿਕਲਦਾ ਹੈ ਜਦ ਸੱਚੇ ਗੁਰੂ ਦੇ ਸ਼ਬਦ ਵਿਚਾਰ ਨਾਲ ਮਨ ਜੁੜਦਾ ਹੈ। ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਜਾਤ ਬਰਨ ਕੁਲ ਸਾਂਸਾ ਚੂਕਾ, ਗੁਰਮਤ ਸ਼ਬਦ ਵਿਚਾਰੇ, ਅਤੇ ਆਗੈ ਜਾਤ ਰੂਪ ਨਾ ਜਾਏ, ਤੇਹਾ ਹੋਇ ਜਹ ਕਰਮ ਕਮਾਏ। ਪਰ ਬ੍ਰਾਹਮਣਵਾਦ ਦੀ ਸੰਘਣੀ ਧੁੰਦ ਵਿੱਚ ਭਟਕੇ ਹੋਏ ਸਿੱਖ ਨੇ ਤਾਂ ਪਹਾੜਾਂ ਵਿੱਚ ਗੁਰਦੁਆਰੇ ਉਸਾਰ ਕੇ ਬ੍ਰਾਹਮਣਵਾਦ ਦੀ ਇਸ ਸੰਘਣੀ ਧੁੰਦ ਨੂੰ ਹੋਰ ਵੀ ਸੰਘਣੀ ਕਰਕੇ ਪੁਜਾਰੀਵਾਦ ਦੀਆਂ ਕੱਚੀਆਂ ਕਹਾਣੀਆਂ ਤੇ ਆਪਣੀ ਮੋਹਰ ਲਾ ਦਿੱਤੀ ਹੋਈ ਹੈ। ਅੱਜ ਲੋੜ ਹੈ ਕਿ ਸਿੱਖ ਕੌਮ ਦੀਆਂ ਜ਼ਿੰਮੇਵਾਰ ਸੰਸਥਾਵਾਂ, ਜਥੇਦਾਰ, ਬੁੱਧੀਜੀਵੀਆਂ ਤੇ ਸਿੱਖ ਵਿਦਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਮਿਲ ਬੈਠਣ ਦੀ, ਤਾਂ ਕਿ
ਹੋਏ 71 ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ ਦੇ ਮਹਾਨ ਬਚਨਾਂ ਤੋਂ ਸੇਧ ਲੈਂਦੇ ਹੋਏ ਸਿੱਖ ਇਤਿਹਾਸ ਅਤੇ ਸਿੱਖ ਸਾਹਿਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸਿਧਾਂਤ ਰੂਪੀ ਕਸਵੱਟੀ ਤੇ ਪਰਖ ਕੇ ਕੱਚੀਆਂ ਰਚਨਾਵਾਂ ਨੂੰ ਪੰਥ ਦੇ ਵਿਹੜੇ ਚੋਂ ਬਾਹਰ ਕੱਢਣ ਦਾ ਰਸਤਾ ਸਾਫ਼ ਕੀਤਾ ਜਾਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਮਹਾਨ ਬਚਨਾਂ ਨੂੰ ਮੁੜ ਯਾਦ ਕੀਤਾ ਜਾਵੇ ਕਿ ਆਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ LORs SOP 'ਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।